ਹੁਣ ਸੇਬ ਖਾਣ ਵਾਲੇ ਹੋ ਜਾਣ ਸਾਵਧਾਨ। ਕੈਨੇਡਾ ਅਤੇ ਦਿੱਲੀ ਦੀ ਯੂਨੀਵਰਸਿਟੀ ਨੇ ਕੀਤੀ ਅਹਿਮ ਖੋਜ, ਸੁਣ ਕੇ ਹੋ ਜਾਓਗੇ ਹੈਰਾਨ। ਔਨ 에ਅਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ। ਤਾਂ ਸੇਬ ਬੜੇ ਵਧੀਆ ਲੱਗਦੇ ਆ ਬਾਜ਼ਾਰਾਂ ਦੇ ਵਿੱਚ ਪਏ ਹੋਏ, ਖਾਸ ਤੌਰ ਤੇ ਮੰਡੀਆਂ ਦੇ ਵਿੱਚ ਪਏ ਹੋਏ ਜਦੋਂ ਅਸੀਂ ਦੇਖਦੇ ਹਾਂ, ਬਿਲਕੁਲ ਚਮਕਦਾਰ ਸੁਰਖ ਸੇਬ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਚਮਕਦਾਰ ਸੁਰਖ ਸੇਬ ਤੁਹਾਨੂੰ ਭਿਆਨਕ ਬਿਮਾਰੀਆਂ ਦੇ ਸਕਦੇ ਨੇ ਜੇ ਇਸ ਦੀ ਤਹਿ ਤੱਕ ਜਾ ਕੇ ਦੇਖਿਆ ਜਾਵੇ। ਤਾਂ ਜੋ ਖੁਲਾਸੇ ਕੀਤੇ ਗਏ ਨੇ, ਦਿੱਲੀ ਅਤੇ ਕੈਨੇਡਾ ਦੀ ਯੂਨੀਵਰਸਿਟੀ ਨੇ ਰਲ ਮਿਲ ਕੇ ਇੱਕ ਰਿਸਰਚ ਕੀਤੀ ਹੈ। ਉੱਤਰੀ ਭਾਰਤ ਵਿੱਚ ਵਿਕਣ ਵਾਲੇ ਸੇਬ ਜਿਹੜੇ ਨੇ ਉਹਨਾਂ ਦੇ ਵਿੱਚ ਅਜਿਹੀ ਕਿਸਮ ਦਾ ਇੱਕ ਜ਼ਹਿਰ ਪਾਇਆ ਜਾ ਰਿਹਾ, ਫਫੂੰਦੀ ਨਾਸ਼ਕ ਉਸ ਦੇ ਵਾਸਤੇ ਵਰਤੇ ਜਾਂਦੇ ਨੇ ਤਾਂ ਕਿ ਸੇਬ ਚਮਕਦਾਰ ਅਤੇ ਜ਼ਿਆਦਾ ਦੇਰ ਤੱਕ ਤਾਜ਼ੇ ਰੱਖੇ ਜਾ ਸਕਣ। ਪਰ ਨਹੀਂ ਪਤਾ ਕਿ ਇਹਨਾਂ ਦਾ ਕੀ ਅਸਰ ਪਵੇਗਾ। ਉਸ ਦੇ ਉੱਤੇ ਹੀ ਗੱਲ ਕਰ ਰਹੇ ਹਾਂ ਕਿ ਜੇ ਇਹ ਸੇਬ ਤੁਸੀਂ ਖਾਂਦੇ ਹੋ ਤਾਂ ਸੇਬ ਖਾਣ ਦੇ ਨਾਲ ਤੁਹਾਡੀਆਂ ਖੂਨ ਦੀਆਂ ਨਾੜੀਆਂ ਔਰ ਤੁਹਾਡੇ ਕੰਨਾਂ ਸਮੇਤ ਸਰੀਰ ਦੇ ਹੋਰ ਅੰਗਾਂ ਦੇ ਉੱਤੇ ਮਾੜਾ ਅਸਰ ਪਵੇਗਾ। ਜੀ ਹਾਂ, ਇੱਕ ਅਜਿਹਾ ਫਫੂੰਦ ਨਾਸ਼ਕ ਜਿਹਨੂੰ ਅਸੀਂ ਉੱਲੀ ਨਾਸ਼ਕ ਵੀ ਕਹਿੰਦੇ ਆ, ਉਹ ਵਰਤਿਆ ਜਾਂਦਾ ਆ, ਜੋ ਉਸ ਤੋਂ ਬਾਅਦ ਅਜਿਹਾ ਖਤਰਨਾਕ ਬੱਗ ਪੈਦਾ ਕਰਦਾ ਆ, ਜੋ ਬੱਗ ਜਿਹੜਾ ਆ ਉਸ ਦੇ ਉੱਤੇ ਫਿਰ ਉਸ ਨੂੰ ਖਤਮ ਕਰਨ ਲਈ ਕੋਈ ਵੀ ਦਵਾਈ ਜੋ ਆ ਕੰਮ ਨਹੀਂ ਆਉਂਦੀ ਔਰ ਫਲਸਰੂਪ ਹੁੰਦਾ ਇਹ ਆ ਕਿ ਇਸ ਦੇ ਵਿੱਚ ਇਨਸਾਨ ਦੀ ਮੌਤ ਹੋ ਜਾਂਦੀ ਆ। ਤਾਂ ਇਹ ਜੋ ਖੁਲਾਸਾ ਆ ਇਸ ਦੇ ਬਾਰੇ ਮੈਂ ਦੱਸ ਦੇਣਾ ਚਾਹੂੰਗਾ ਕਿ ਇਸ ਦੇ ਵਿੱਚ ਹੋਇਆ ਇਹ ਹੈ ਕਿ ਦਿੱਲੀ ਯੂਨੀਵਰਸਿਟੀ ਤੋਂ ਇਲਾਵਾ ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਨੇ ਇਸ ਦੇ ਉੱਤੇ ਖੋਜ ਕੀਤੀ ਆ। ਤਾਂ ਸੇਬ ਦੀ ਫਸਲ ਦਾ ਮੌਸਮ ਜਿਹੜਾ ਆ ਜਦੋਂ ਵੀ ਆਉਂਦਾ ਆ ਉਹ ਤਾਂ ਇੱਕ ਪੱਖ ਹੀ ਹੁੰਦਾ ਹੈ ਕਿ ਜਦੋਂ ਮੌਸਮ ਹੁੰਦਾ ਆ, ਪਰ ਹੈਰਾਨੀ ਆਉਂਦੀ ਆ ਕਿ ਪੂਰੇ ਸਾਲ ਭਰ ਦੇ ਵਿੱਚ ਬਾਜ਼ਾਰਾਂ ਵਿੱਚ ਵਿਕਣ ਵਾਲੇ ਸੇਬ ਇੰਨੇ ਰਸੀਲੇ, ਇੰਨੇ ਤਾਜ਼ਾ, ਇੰਨੇ ਚਮਕਦਾਰ ਲੱਗਦੇ ਆ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਹੁਣੇ ਹੀ ਰੁੱਖਾਂ ਨਾਲੋਂ ਤੋੜ ਕੇ ਲਿਆਂਦੇ ਹੋਣ। ਪਰ ਹੈਰਾਨੀ ਉਦੋਂ ਹੋਈ ਜਦੋਂ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸਾ ਹੋਇਆ ਕਿ ਜਿਹੜੇ ਸੇਬਾਂ ਨੂੰ ਕਈ ਵਾਰੀ ਅਸੀਂ ਉਸੇ ਟਾਈਮ ਰੇਹੜੀ ਉੱਤੋਂ ਖਰੀਦਦੇ ਹੋਏ ਚੁੱਕ ਕੇ ਖਾਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਨੂੰ ਚਮਕਦਾਰ ਤੇ ਤਾਜ਼ਾ ਰੱਖਣ ਦੇ ਵਾਸਤੇ ਇੱਕ ਅਜਿਹੀ ਚੀਜ਼ ਵਰਤੀ ਜਾਂਦੀ ਹੈ ਜਿਹੜੀ ਇਨਸਾਨੀ ਸਿਹਤ ਲਈ ਇੰਨੀ ਖਤਰਨਾਕ ਹੈ ਕਿ ਤੁਹਾਨੂੰ ਮੌਤ ਦੇ ਮੂੰਹ ਦੇ ਵਿੱਚ ਲਿਜਾ ਸਕਦੀ ਹੈ। ਤਾਂ ਦੱਸ ਦਈਏ ਕਿ ਇਸ ਖੋਜ ਦੇ ਵਿੱਚ ਸੈਂਪਲ ਲਏ ਗਏ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚ ਹੈਰਾਨ ਕਰਨ ਦੇਣ ਵਾਲਾ ਖੁਲਾਸਾ ਹੋਇਆ ਹੈ ਕਿ ਬਾਜ਼ਾਰ ਵਿੱਚ ਵਿਕਣ ਵਾਲੇ 13% ਜੋ ਸੇਬ ਨੇ ਇਸ ਦੇ ਉੱਤੇ ਕੈਂਡੀਡਾ ਆਰਿਸ, ਜੋ ਡੱਬੀ ਤੁਸੀਂ ਨਾਲ ਵੀ ਦੇਖ ਰਹੇ ਹੋ ਤਸਵੀਰਾਂ ਉੱਤੇ ਕਿ ਕੈਂਡੀਡਾ ਆਰਿਸ ਨਾਂ ਦਾ ਇੱਕ ਫੰਗਸ ਮਿਲਿਆ ਆ, ਇੱਕ ਉੱਲੀ ਨਾਸ਼ਕ ਮਿਲਿਆ ਆ, ਫਫੂੰਦ ਮਿਲਿਆ ਆ। ਤਾਂ ਦਰਅਸਲ ਸੇਬ ਨੂੰ ਤਾਜ਼ਾ ਰੱਖਣ ਦੇ ਲਈ ਇਸ ਫਫੂੰਦ ਨਾਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇਸ ਉੱਲੀ ਨਾਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ਦੇ ਵਿੱਚ ਇਹ ਘਾਤਕ ਬੱਗ ਨੂੰ ਜਿਹੜਾ ਆ ਪੈਦਾ ਹੋਣ ਦਾ ਮੌਕਾ ਮਿਲਦਾ ਜਿਸ ਉੱਤੇ ਕੋਈ ਦਵਾ ਅਸਰ ਨਹੀਂ ਕਰਦੀ। ਇਸ ਬੱਗ ਦੇ ਵਿੱਚ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਸ਼ੋਧਕਰਤਾ ਦੇ ਮੁਤਾਬਕ ਉੱਲੀ ਨਾਸ਼ਕ ਅਣਜਾਣੇ ਵਿੱਚ ਹੀ ਕੈਂਡੀਡਾ ਆਰਿਸ ਨੂੰ ਫੈਲਣ ਦੇ ਵਿੱਚ ਮਦਦਗਾਰ ਹੋ ਰਿਹਾ ਆ। ਜਰਨਲ ਬਾਇਓ ਦੀ ਗੱਲ ਕੀਤੀ ਜਾਵੇ ਤਾਂ ਇੱਕ ਭਿਆਨਕ ਖਤਰਨਾਕ ਰੂਪ ਹੈ CDC ਸੁਪਰ ਬੱਗ ਫੰਗਸ ਜਿਹੜਾ ਆ ਤੁਹਾਡੇ ਜ਼ਖਮਾਂ ਦੇ ਉੱਤੇ, ਜਿਸ ਨੂੰ ਸਰੀਰ ਵਿੱਚ ਜ਼ਖਮ ਹੋਏ ਹੋਣ, ਤੁਹਾਡੇ ਕੰਨਾਂ ਉੱਤੇ, ਤੁਹਾਡੀਆਂ ਖੂਨ ਦੀਆਂ ਨਾੜੀਆਂ ਉੱਤੇ ਅਸਰ ਕਰ ਸਕਦਾ ਹੈ। ਕੈਂਡੀਡਾ ਆਰਿਸ ਦੀ ਪਹਿਚਾਣ ਸਭ ਤੋਂ ਪਹਿਲਾਂ ਇੱਕ ਜਾਪਾਨੀ ਔਰਤ ਨੇ ਕੀਤੀ ਸੀ, ਜਾਪਾਨੀ ਖੋਜੀ ਨੇ ਕੀਤੀ ਸੀ। ਉਸ ਵੇਲੇ ਭਾਰਤ ਸਮੇਤ ਕੋਲੰਬੀਆ, ਦੱਖਣੀ ਅਫਰੀਕਾ, ਸਪੇਨ, ਨਾਰਵੇ ਸਮੇਤ ਇਸ ਦੀ ਕਈ ਥਾਵਾਂ ਦੇ ਉੱਤੇ ਜੋ ਆ ਪੜਤਾਲ ਕੀਤੀ ਗਈ ਤਾਂ ਉੱਥੋਂ ਵੀ ਇਸ ਬਾਰੇ ਪਤਾ ਲੱਗਿਆ ਕਿ ਇਸ ਤਰੀਕੇ ਫਫੂੰਦਨਾਸ਼ਕ ਜਿਹੜੇ ਨੇ ਉਹ ਵਰਤੇ ਜਾਂਦੇ ਨੇ। ਐਂਟੀ ਫੰਗਲ ਜਿਹੜੀਆਂ ਦਵਾਈਆਂ ਨੇ ਇਸ ਦੇ ਉੱਤੇ ਜੋ ਆ ਅਸਰਦਾਰੀ ਨਹੀਂ ਹਨ ਔਰ 30 ਤੋਂ 60% ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਵੱਡੀ ਖਬਰ ਹੈ ਕਿਉਂਕਿ ਉਹ ਅਸਰ ਹੀ ਅਜਿਹਾ ਪਾਉਂਦੀ ਹੈ। ਤਾਂ ਇਸ ਤੋਂ ਇਲਾਵਾ ਜੋ ਸਟੱਡੀ ਸਾਹਮਣੇ ਆਈ ਹੈ, ਜੋ ਖੋਜ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਉੱਤਰ ਭਾਰਤ ਵਿੱਚ 62% ਸੇਬਾਂ ਨੂੰ ਜਾਂਚ ਕੀਤੀ ਗਈ। ਇਸ ਦੇ ਵਿੱਚੋਂ 42 ਸੇਬ ਜਿਹੜੇ ਸੀਗੇ ਬਾਜ਼ਾਰ ਵਿੱਚ
ਵਿਕਣ ਵਾਲੇ ਸੀ, ਜਦੋਂ ਕਿ 20 ਸਿੱਧੇ ਬਾਗਾਂ ਦੇ ਵਿੱਚੋਂ ਲਏ ਸਨ। ਬਾਗ ਤੁਸੀਂ ਦੇਖ ਰਹੇ ਹੋ ਕਿ ਉੱਥੇ ਕਈ ਵਾਰ ਪਕਾਇਆ ਸੇਬ ਜਿਹੜਾ ਮਿਲਦਾ ਹੈ, ਨਹੀਂ ਤਾਂ ਆਮ ਤੌਰ ਦੇ ਉੱਤੇ ਪੇਟੀਆਂ ਦੇ ਵਿੱਚ ਜੋ ਆ ਤੁੜਾਈ ਤੋਂ ਬਾਅਦ ਭੇਜਿਆ ਜਾਂਦਾ, ਬਾਅਦ ਵਿੱਚ ਉਹਨਾਂ ਨੂੰ ਸਟੋਰ ਕਰ ਲਿਆ ਜਾਂਦਾ ਹੈ। ਤਾਂ ਨਤੀਜੇ ਦੱਸਦੇ ਨੇ ਕਿ 8 ਸੇਬਾਂ ਉੱਤੇ ਕੈਂਡੀਡਾ ਆਰਿਸ ਫੰਗਸ ਪਾਇਆ ਗਿਆ। ਇਸ ਦੇ ਨਾਲ 5 ਰੈੱਡ ਡੈਲਸ਼ਿਸ਼ ਅਤੇ 3 ਰਾਇਲ ਗਾਲਾ ਸੀ। ਦਿੱਲੀ ਯੂਨੀਵਰਸਿਟੀ ਅਤੇ ਮੇਕਮਾਸਟ ਯੂਨੀਵਰਸਿਟੀ ਦੇ ਮੁਤਾਬਕ ਜੋ ਸੇਬ ਬਾਗ ਦੇ ਵਿੱਚੋਂ ਲਏ ਆ ਉਹਨਾਂ ਦੇ ਉੱਤੇ ਫੰਗਸ ਨਹੀਂ ਮਿਲਿਆ, ਕਿਉਂਕਿ ਉਹ ਕੁਦਰਤੀ ਆ। ਔਰ ਇਸ ਤੋਂ ਇਲਾਵਾ ਉਹਨਾਂ ਦੇ ਉੱਤੇ ਕਿਸੇ ਵੀ ਕੋਈ ਪਰਤ ਨਹੀਂ ਚੜੀ ਹੋਈ, ਕਿਸੇ ਉੱਤੇ ਕੋਈ ਵੀ ਅਜਿਹਾ ਫੰਗਸ ਨਹੀਂ ਮਿਲਿਆ। ਖੋਜ ਦੇ ਮੁਤਾਬਕ ਫਲਾਂ ਨੂੰ ਜੋ ਆ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਦੇ ਲਈ ਜੋ ਉੱਲੀ ਨਾਸ਼ਕ ਦੀ ਪਰਤ ਚੜਾਈ ਜਾਂਦੀ ਹੈ ਤਾਂ ਕਿ ਉਹ ਖਰਾਬ ਨਾ ਹੋਵੇ, ਗਲ ਨਾ, ਤਾਂ ਕਿ ਇਸ ਤਰੀਕੇ ਦੇ ਨਾਲ ਉਹਦੀ ਪਰਤ ਚੜਾਈ ਜਾਂਦੀ ਹੈ। ਇੱਕ ਸੇਬ ਤਾਜ਼ਾ ਰਹਿੰਦਾ ਹੈ, ਦੂਸਰਾ ਸੇਬ ਖਰਾਬ ਨਹੀਂ ਹੁੰਦਾ ਔਰ ਚਮਕਦਾਰ ਲੱਗਦਾ ਹੈ। ਤਾਂ ਇਸ ਪ੍ਰਕਾਰ ਜਿਹੜਾ ਖਮੀਰ ਹੈ, ਯੀਸਟ ਹੈ ਜਿਹੜਾ ਉਹ ਖਤਮ ਹੋ ਜਾਵੇ, ਇਸ ਲਈ ਸਿਰਫ ਕੈਂਡੀਡਾ ਆਰਿਸ ਉਹ ਬੇਅਸਰ ਹੋ ਜਾਂਦਾ ਆ। ਤਾਂ ਦੱਸ ਦਈਏ ਕਿ ਇਹਨਾਂ ਖੋਜੀਆਂ ਦੇ ਮੁਤਾਬਕ ਸੇਬ ਨੂੰ ਚਮਕੀਲਾ ਅਤੇ ਤਾਜ਼ਾ ਬਣਾ ਕੇ ਰੱਖਣ ਦੇ ਲਈ ਜੋ ਆ ਖਾਦ ਸਿੰਥੈਟਿਕ ਮੋਮ ਦੀ ਪਰਤ ਵੀ ਲਗਾਈ ਜਾਂਦੀ ਹੈ। ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਵਰਤੀ ਜਾਣ ਵਾਲੀ ਇੱਕ ਖਾਸ ਕਿਸਮ ਦੀ ਮੋਮ ਦੀ ਪਰਤ ਹੁੰਦੀ ਆ। ਤੁਸੀਂ ਕਦੇ ਸੇਬ ਬਾਜ਼ਾਰੋਂ ਲਿਆਓ ਤਾਂ ਨੌਂ ਦੇ ਨਾਲ ਖੁਰਚ ਕੇ ਦੇਖੋ, ਤੁਹਾਨੂੰ ਮਹਿਸੂਸ ਹੋਊਗਾ, ਜਾਂ ਫਿਰ ਸੇਬ ਨੂੰ ਗਰਮ ਪਾਣੀ ਦੇ ਵਿੱਚ ਰੱਖ ਕੇ ਦੇਖੋ ਤਾਂ ਉਹਦਾ ਤਿਰਮਿਰਾ ਤੈਰਨਾ ਸ਼ੁਰੂ ਕਰ ਦੇਗਾ ਔਰ ਥੱਲੋਂ ਸੇਬ ਹੋਰ ਕਿਸੇ ਤਰੀਕੇ ਦਾ ਨਿਕਲ ਆਵੇਗਾ। ਇਸ ਤੋਂ ਇਲਾਵਾ ਤੁਸੀਂ ਚਾਕੂ ਦੀ ਪਤਲੀ ਪਰਤ ਦੇ ਨਾਲ ਵੀ ਉਹਨੂੰ ਖੁਰਚ ਸਕਦੇ ਹੋ। ਚਾਕੂ ਦੇ ਨਾਲ ਖੁਰਚ ਕੇ ਉਹਦੀ ਪਤਲੀ ਪਰਤ ਜਿਹੜੀ ਹੈ ਉਹ ਸੇਬ ਦੇ ਉੱਤੋਂ ਲੈਣੀ ਸ਼ੁਰੂ ਹੋ ਜਾਵੇਗੀ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸੇਬ ਤਾਜ਼ਾ ਨਹੀਂ ਹੈ, ਬਲਕਿ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਦੇ ਲਈ ਇਸ ਦੇ ਉੱਤੇ ਪਰਤ ਚੜਾਈ ਗਈ ਹੈ। ਤਾਂ ਸੇਬ ਨੂੰ ਗਰਮ ਪਾਣੀ ਦੇ ਵਿੱਚ ਧੋ ਕੇ ਜੇ ਤੁਸੀਂ ਖਾਣਾ ਵੀ ਚਾਹੋ ਤਾਂ ਹੁਣ ਬਚਣਾ ਪਊਗਾ, ਕਿਉਂਕਿ ਸਿਹਤ ਜ਼ਰੂਰੀ ਆ। ਕਿਉਂਕਿ ਇੱਕ ਪਾਸੇ ਡਾਕਟਰਾਂ ਦਾ ਇਹ ਕਹਿਣਾ ਆ ਕਿ ਸੇਬ ਬੰਦੇ ਦੇ ਲਈ ਇੱਕ ਅਜਿਹੀ ਨਿਆਮਤ ਹੈ ਕਿ ਜੇ ਤੜਕਸਾਰ ਮਾਰਨਿੰਗ ਟਾਈਮ ਜੇ ਸੇਬ ਖਾ ਲਵੇ ਬੰਦਾ ਹਰ ਰੋਜ਼ ਤਾਂ ਅਨੇਕਾਂ ਬਿਮਾਰੀਆਂ ਨੂੰ ਖਤਮ ਕਰ ਸਕਦਾ ਹੈ। ਅਨੇਕਾਂ ਬਿਮਾਰੀਆਂ ਜਿਹੜੀਆਂ ਨੇ ਉਹ ਖਤਮ ਕਰਨ ਦਾ ਮਾਦਾ ਹੁੰਦਾ ਆ ਸੇਬ ਦੇ ਵਿੱਚ। ਪਰ ਉਹੀ ਸੇਬ ਜੇ ਤੁਹਾਨੂੰ ਹੋਰ ਖਤਰਨਾਕ ਬਿਮਾਰੀਆਂ ਦੇਵੇ ਤਾਂ ਫਿਰ ਕੁਦਰਤੀ ਜੋ ਗੁਣ ਸੇਬ ਦੇ ਵਿੱਚ ਹੈ ਫਿਰ ਉਹ ਬਿਲਕੁਲ ਖਤਮ ਹੋ ਰਿਹਾ ਆ। ਉਹ ਫਿਰ ਤੁਹਾਨੂੰ ਫਾਇਦਾ ਕਰਨ ਦੀ ਬਜਾਏ ਵੱਡਾ ਨੁਕਸਾਨ ਕਰਨ ਜਾ ਰਿਹਾ। ਇਸ ਕਰਕੇ ਅੱਗੇ ਤੋਂ ਜੇ ਸੇਬ ਖਰੀਦਣ ਜਾਓ ਤਾਂ ਇੱਕ ਰਾਏ ਅਸੀਂ ਔਨ-에ਅਰ ਦੇ ਜ਼ਰੀਏ ਵੀ ਤੁਹਾਨੂੰ ਜ਼ਰੂਰ ਦੇਵਾਂਗੇ ਕਿ ਸੇਬ ਖਾਣ ਤੋਂ ਪਹਿਲਾਂ ਉਸ ਨੂੰ ਗਰਮ ਪਾਣੀ ਦੇ ਵਿੱਚ ਉਬਾਲੋ। ਉਬਾਲਣ ਤੋਂ ਬਾਅਦ ਯਾਨੀ ਕਿ ਗਰਮ ਪਾਣੀ ਵਿੱਚ ਇੱਕ ਵਾਰੀ ਸਿੱਟ ਲਓ, ਇਹ ਨਹੀਂ ਮਤਲਬ ਕਿ ਉਬਾਲਣਾ ਨਹੀਂ, ਪੂਰਾ ਪਾਣੀ ਉਬਲਦਾ ਹੋਣਾ ਚਾਹੀਦਾ। ਇੱਕ ਵਾਰੀ ਸੇਬ ਵਿੱਚ ਸਿੱਟ ਕੇ ਨਾਲ ਦੀ ਨਾਲ ਕੱਢ ਲਓ ਔਰ ਫਿਰ ਕੱਪੜੇ ਦੇ ਨਾਲ ਸਾਫ਼ ਕਰ ਲਓ। ਇਸ ਤਰੀਕੇ ਦੇ ਨਾਲ ਸੇਬ ਜਿਹੜੇ ਆ ਤੁਸੀਂ ਫਿਰ ਖਾ ਸਕਦੇ ਹੋ, ਕਿਉਂਕਿ ਗਰਮ ਪਾਣੀ ਦੇ ਵਿੱਚ ਧੋਤੇ ਹੋਏ ਸੇਬ ਜੋ ਨੇ ਉਹ ਤੁਹਾਨੂੰ ਫਾਇਦਾ ਕਰਨਗੇ, ਕਿਉਂਕਿ ਇਸ ਦੇ ਉੱਪਰ ਵਰਤੇ ਜਾਂਦੇ ਕੈਂਡੀਡਾ ਆਰਿਸ ਨਾਂ ਦਾ ਜੋ ਉੱਲੀ ਨਾਸ਼ਕ ਹੈ ਉਸ ਦੀ ਪਰਤ ਲੈ ਜਾਵੇਗੀ ਔਰ ਮੋਮ ਦੀ ਜੋ ਪਰਤ ਚੜਾਈ ਜਾਂਦੀ ਹੈ ਉਹ ਪਰਤ ਲੈ ਜਾਵੇਗੀ। ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਔਰ ਆਪਣੀ ਸਿਹਤ ਨੂੰ ਸੁਰੱਖਿਅਤ ਰੱਖ ਸਕਦੇ ਹੋ। ਸੋ ਬਚਣਾ ਪਵੇਗਾ ਇਸ ਤਰੀਕੇ, ਕਦੇ ਬਾਜ਼ਾਰਾਂ ਵਿੱਚ ਸਿੱਧੇ ਸੇਬ ਲੈਂਦੇ ਹੋ ਜਾਂ ਸਫ਼ਰ ਦੇ ਵਿੱਚ ਵੀ ਜਾਂਦੇ ਹੋ ਤਾਂ ਸਿੱਧੇ ਸੇਬ ਲੈ ਕੇ ਕਦੇ ਵੀ ਨਾ ਖਾਓ। ਬਸ਼ਰਤੇ ਜੋ ਵੀ ਫਲ ਲੈਂਦੇ ਹੋ ਉਹ ਸਾਰੇ ਫਲ ਜੋ ਨੇ ਉਹਨਾਂ ਨੂੰ ਹਮੇਸ਼ਾ ਧੋ ਕੇ ਖਾਣਾ ਚਾਹੀਦਾ, ਕਿਉਂਕਿ ਅੱਜ ਹਰ ਇੱਕ ਤਰ੍ਹਾਂ ਦੇ ਫਲ ਨੂੰ ਸੁਰੱਖਿਅਤ ਰੱਖਣ ਦੇ ਲਈ ਉਸ ਦੇ ਉੱਤੇ ਕਈ ਤਰ੍ਹਾਂ ਦੀਆਂ ਸਪਰੇਆਂ ਕੀਤੀਆਂ ਜਾਂਦੀਆਂ ਨੇ, ਕਈ ਤਰ੍ਹਾਂ ਦੀਆਂ ਪਰਤਾਂ ਚੜਾਈਆਂ ਜਾਂਦੀਆਂ ਨੇ। ਤਾਂ ਅਕਸਰ ਰੇਹੜੀਆਂ ਦੇ ਉੱਤੇ ਪਏ ਹੋਏ ਚਾਹੇ ਸੇਬ ਨੇ ਚਾਹੇ ਹੋਰ ਫਲ ਨੇ ਉਹ ਇੰਨੇ ਚਮਕਦਾਰ ਤੇ ਤਾਜ਼ਾ ਲੱਗਦੇ ਨੇ, ਪਰ ਉਸ ਦੇ ਪਿਛਲੀ ਹਕੀਕਤ ਇਹੀ ਸੀ ਕਿ ਉਸ ਦੇ ਉੱਤੇ ਕਿਸ ਚੀਜ਼ ਦੀ ਪਰਤ ਚੜਾਈ ਜਾਂਦੀ ਹੈ। ਤਾਂ ਹੁਣ ਸਾਵਧਾਨ ਹੋਣਾ ਪਵੇਗਾ। ਅਜਿਹੀ ਜਾਣਕਾਰੀ ਲਈ ਲਗਾਤਾਰ ਜੁੜੇ ਰਹੋ ਔਨ-에ਅਰ ਦੇ ਨਾਲ। ਧੰਨਵਾਦ।